ਹੈਲੋ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਕਰਨਾ ਅੱਗੇ ਕੁਐਸਚਨਸ ਜਿਹੜੇ ਰਹਿ ਗਏ ਆ, ਠੀਕ ਹੈ। ਤੇ ਥੋੜੇ ਕੁਐਸਚਨਸ ਇਦਾਂ ਦੇ ਹੁੰਦੇ ਆ ਜਿਹੜੇ ਕਾਫੀ ਹਾਇਰ ਲੈਵਲ ਦੇ ਹੁੰਦੇ ਆ, ਉਹਨਾਂ ਨੂੰ ਵੀ ਟਰਾਈ ਕਰਾਂਗੇ ਕਰਨ ਦੀ, ਠੀਕ ਹੈ। ਅਗਰ ਤੁਹਾਡੇ ਚੋਂ ਦੇਖਣ ਵਾਲਿਆਂ ਜੋ ਕੋਈ ਵਧੀਆ ਐਕਸਪਲੇਨ ਸ਼ਾਇਦ ਤੁਹਾਨੂੰ ਵੀ ਮੇਰੇ ਤੋਂ ਜ਼ਿਆਦਾ ਆਉਂਦਾ ਹੋਵੇ, ਠੀਕ ਹੈ। ਅਗਰ ਕੋਈ ਗਲਤੀ ਹੋਵੇ ਤਾਂ ਦੇਖ ਲੈਣਾ ਉਹਨੂੰ, ਠੀਕ ਹੈ। ਬਾਕੀ ਕੋਈ ਚੱਕਰ ਨਹੀਂ ਹੁੰਦਾ ਆ। ਫਸਟ ਕੁਐਸਚਨ ਆਪਾਂ ਕਰਨਾ ਆ, an engine operating between 100 degrees Celsius and 0 degrees Celsius takes 453.6 kilocalorie of heat. How much useful work can be done by it? ठीक है। ਇਹ ਜਿਹੜਾ ਕੁਐਸਚਨ ਆ ਨਾ, ਇਹ ਕਾਰਨੋਟ ਇੰਜਨ ਆ ਜਿਹੜਾ ਉਹਦੇ ਨਾਲ ਰਿਲੇਟਡ ਆ ਥੋੜ੍ਹਾ ਕੁ। ਇਹਦੇ ਵਿੱਚ ਮੈਂ ਡਾਇਰੈਕਟ ਪਹਿਲਾਂ ਦੇਖ ਲਓ ਕੀ ਕੀਤਾ ਹੋਇਆ, ਮੈਂ ਸੋਲਵ ਕੀਤਾ ਹੋਇਆ ਪਹਿਲਾਂ ਹੀ। ਇਹਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਆਹ T1 ਆ ਜਿਹੜਾ ਘੱਟ ਵਾਲਾ T1 ਆ, ਦੂਸਰਾ T2। T1 0 ਡਿਗਰੀ ਸੀਗਾ, T1 ਨੂੰ 0 ਡਿਗਰੀ ਨੂੰ ਕੈਲਵਿਨ 'ਚ ਚੇਂਜ ਕਰ ਲਿਆ, T2 ਨੂੰ ਕੈਲਵਿਨ 'ਚ ਚੇਂਜ ਕਰ ਲਿਆ, ਠੀਕ ਹੈ। ਇੰਨਾ ਹੋ ਗਿਆ, ਓਕੇ। ਫਿਰ ਹੀਟ ਸਾਨੂੰ ਦਿੱਤੀ ਹੋਈ ਆ ਕਿਲੋ ਕੈਲਰੀ ਦੇ ਵਿੱਚ, ਤੇ ਜਿਹੜਾ ਸਾਡਾ ਆਨਸਰ ਦਿੱਤੇ ਹੋਏ ਆ ਉਹ ਹੈਗੇ ਆ ਕਿਲੋ ਜੌਲ ਦੇ ਵਿੱਚ ਸਾਰੇ ਆਨਸਰ। ਇਹਦਾ ਮਤਲਬ ਕਿ ਸਾਨੂੰ ਕਿਲੋ ਕੈਲਰੀ ਨੂੰ ਕਿਲੋ ਜੌਲ ਦੇ ਵਿੱਚ ਕਨਵਰਟ ਕਰਨਾ ਪੈਣਾ ਆ, ਓਕੇ। ਹੀਟ ਸਾਨੂੰ ਕਿੰਨੀ ਦਿੱਤੀ ਹੋਈ ਆ, Q ਇਜ਼ ਇਕੁਅਲ ਟੂ 453.6 ਕਿਲੋ ਕੈਲਰੀ, ਓਕੇ। ਇੰਨੀ ਹੀਟ ਹੋ ਗਈ ਕਿਲੋ ਕੈਲਰੀ ਸੇ ਇਹਨੂੰ ਜੌਲ ਦੇ ਵਿੱਚ ਕਨਵਰਟ ਕਰਨ ਲਈ ਆਪਾਂ ਇਹਨੂੰ ਮਲਟੀਪਲਾਈ ਕਰ ਦਿੱਤਾ 4.184। ਉਹਦੇ ਨਾਲ ਮਲਟੀਪਲਾਈ ਕਰਨ ਤੋਂ ਬਾਅਦ ਸਾਨੂੰ ਇੰਨਾ ਆਨਸਰ ਮਿਲ ਗਿਆ 1897.86 ਕਿਲੋ ਜੌਲ। ਹੀਟ ਐਨਰਜੀ ਹੁਣ ਕਿਹਦੇ ਵਿੱਚ ਆ ਚੁੱਕੀ ਹੈ, ਕਿਲੋ ਜੌਲ ਦੇ ਵਿੱਚ। ਉਹਦੇ ਬਾਅਦ ਵਿੱਚ ਸਿੰਪਲ ਜਿਹਾ ਫਾਰਮੂਲਾ ਹੁੰਦਾ ਇਹਦਾ, ਠੀਕ ਹੈ। W ਇਜ਼ ਇਕੁਅਲ ਟੂ Q ਇੰਟੂ T2 ਮਾਈਨਸ T1 ਅਪੋਨ T2, ਠੀਕ ਹੈ। ਪੜ੍ਹਿਆ ਵੀ ਹੋਣਾ ਤੁਸੀਂ, ਕਾਰਨੋਟ ਦਾ ਜਿਹੜਾ ਆਪਾਂ ਐਫੀਸ਼ੀਐਂਸੀ ਦਾ ਕਰਦੇ ਹਾਂ ਇੱਦਾਂ ਹੁੰਦਾ 1 ਮਾਈਨਸ T2 ਅਪੋਨ T1 ਅਪੋਨ T2, ਠੀਕ ਹੈ। ਇਹ ਵਾਲਾ ਹੁੰਦਾ 1 ਈਟਾ ਇਜ਼ ਇਕੁਅਲ ਟੂ 1 ਮਾਈਨਸ T1 ਅਪੋਨ T2। ਇਹਨੂੰ ਇੱਦਾਂ ਵੀ ਲਿਖਦੇ ਹਾਂ T2 ਮਾਈਨਸ T1 ਅਪੋਨ T2। ਇਹਨੂੰ ਮਲਟੀਪਲਾਈ ਕਰ ਜਦੋਂ ਆਪਾਂ ਕਰਦੇ ਹਾਂ ਹੀਟ ਦੇ ਨਾਲ, ਸਾਡੇ ਕੋਲ ਕੀ ਆ ਜਾਂਦਾ, ਵਰਕ ਆ ਜਾਂਦਾ ਆ, ਜਾਂ ਐਨਰਜੀ ਬੋਲ ਦਿੰਦੇ ਆ ਉਹਨੂੰ, ਠੀਕ ਹੈ। ਇਹਨੂੰ ਮਲਟੀਪਲਾਈ ਕਿਉਂ ਨਾਲ ਕੀਤਾ, ਹੁਣ ਸਾਰੀਆਂ ਵੈਲਿਊਜ਼ ਪੁੱਟ ਕਰ ਦਿਓ 1897.86 373, ਇਹ ਸਾਰਾ ਕਰਕੇ, ਠੀਕ ਹੈ। ਕੈਲਕੂਲੇਸ਼ਨ ਕਰਨ ਤੋਂ ਬਾਅਦ ਸਾਡਾ ਆਨਸਰ ਆ ਗਿਆ 508.80 ਕਿਲੋ ਜੌਲ। ਪੇਪਰ ਦੇ ਵਿੱਚ ਇੱਦਾਂ ਦਾ ਕੁਐਸਚਨ ਕੱਢਣਾ ਕਾਫੀ ਲੈਂਥੀ ਹੋ ਜਾਂਦਾ ਆ, ਮੇਰਾ ਵੀ ਪੇਪਰ ਦੇ ਵਿੱਚ ਆਨਸਰ ਨਹੀਂ ਆਇਆ ਸੀ, ਠੀਕ ਹੈ। ਸੋ ਅਗਰ ਤੁਹਾਡੀ ਕੈਲਕੂਲੇਸ਼ਨ ਵਧੀਆ ਤਾਂ ਤੁਸੀਂ ਇਹਨੂੰ ਕਰ ਸਕਦੇ ਆ, ਅਦਰਵਾਈਜ਼ ਥੋੜ੍ਹਾ ਬਹੁਤਾ ਲਾਗੇ ਜਾਣ ਦੀ ਜ਼ਰੂਰ ਕੋਸ਼ਿਸ਼ ਕਰਿਆ ਕਰੋ, ਓਕੇ। ਇਹ ਕੁਐਸਚਨ ਸੀਗਾ ਸਾਡਾ ਫਸਟ। ਸੈਕਿੰਡ ਕੁਐਸਚਨ ਸੀਗਾ ਵਿਚ ਆਫ ਫੋਲੋਇੰਗ ਸਟੇਟਮੈਂਟ ਇਜ਼ ਫਾਲਸ। ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਫਾਲਸ ਹੁੰਦੀ ਆ। ਇਹ ਦੇਖਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਰਿਵਰਸੀਬਲ ਤੇ ਇਰੀਵਰਸੀਬਲ ਪ੍ਰੋਸੈਸਿਸ ਬਾਰੇ ਪਤਾ ਹੋਣਾ ਚਾਹੀਦਾ ਹੈ, ਕੀ ਹੁੰਦੇ ਆ ਤੇ ਕੀ ਚੱਲਦਾ ਆ, ਠੀਕ ਹੈ। ਮੈਂ ਪੜ੍ਹਿਆ ਹੋਇਆ ਸੀਗਾ ਤੇ ਮੇਰਾ ਕੁਐਸਚਨ ਨਿਕਲ ਗਿਆ ਸੀਗਾ। ਇਹਦੇ ਵਿੱਚ ਕੀ ਹੁੰਦਾ, ਰਿਵਰਸੀਬਲ ਪ੍ਰੋਸੈਸਿਸ ਇਜ਼ ਇਮੈਜਨਰੀ ਪ੍ਰੋਸੈਸ। ਜਿਹੜੇ ਰਿਵਰਸੀਬਲ ਪ੍ਰੋਸੈਸ ਹੁੰਦੇ ਆ ਇਮੈਜਨਰੀ ਪ੍ਰੋਸੈਸ ਆ, ਇਹ ਵੀ ਸਹੀ ਸੀਗਾ। ਰਿਵਰਸੀਬਲ ਪ੍ਰੋਸੈਸ ਇਜ਼ ਐਕਸਟ੍ਰੀਮਲੀ ਸਲੋ। ਰਿਵਰਸੀਬਲ ਪ੍ਰੋਸੈਸ ਸਲੋ ਹੁੰਦੇ ਆ ਤੇ ਇਰੀਵਰਸੀਬਲ ਪ੍ਰੋਸੈਸ ਫਾਸਟ ਹੁੰਦੀ ਆ ਜਾਂ ਮੇਜ਼ਰੇਬਲ ਸਪੀਡ 'ਤੇ ਹੁੰਦੀ ਆ, ਠੀਕ ਹੈ। ਇਹ ਤੁਸੀਂ ਦੇਖ ਲੈਣਾ ਹੈ, ਇਹ ਡਿਫਰੈਂਸ ਹੀ ਸੀਗਾ। ਰਿਵਰਸੀਬਲ ਪ੍ਰੋਸੈਸ ਸਲੋ ਹੁੰਦੀ ਹੈ, ਇਰੀਵਰਸੀਬਲ ਪ੍ਰੋਸੈਸ ਫਾਸਟ ਹੁੰਦੀ ਹੈ। ਇਹਨਾਂ ਨੇ ਲਿਖਿਆ ਹੋਇਆ ਮੇਜ਼ਰੇਬਲ ਸਪੀਡ, ਮੇਰੇ ਅਕੋਰਡਿੰਗ ਇਹ ਵੀ ਸਹੀ ਸੀਗਾ। ਤੇ ਵਰਕ ਡਨ ਬਾਈ ਰਿਵਰਸੀਬਲ ਪ੍ਰੋਸੈਸ ਇਜ਼ ਗ੍ਰੇਟਰ ਦੈਨ ਕੋਰਸਪੋਂਡਿੰਗ ਟੂ ਇਰੀਵਰਸੀਬਲ ਪ੍ਰੋਸੈਸ। ਤੁਹਾਨੂੰ ਮੈਂ ਇੱਕ ਸਿੰਪਲ ਜਿਹੇ ਐਗਜ਼ਾਮਪਲ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ, ਠੀਕ ਹੈ। ਰਿਵਰਸੀਬਲ ਤੇ ਇਰੀਵਰਸੀਬਲ ਪ੍ਰੋਸੈਸ ਕਿਹੜੇ ਹੁੰਦੇ ਆ। ਰਿਵਰਸੀਬਲ ਪਹਿਲਾਂ ਦੇਖ ਲਓ ਤੇ ਇਰੀਵਰਸੀਬਲ ਆ ਕਿ ਉਹ ਚੀਜ਼ ਵਾਪਸ ਨਹੀਂ ਹੋ ਸਕਦੀ।
देखो मैं सीगा ਇੱਥੇ ਖੜਾ, ठीक है, ਮੈਨੂੰ ਇੱਕ ਪੈਨ ਮਿਲਿਆ, ਪੈਨ ਨਹੀਂ ਇੱਧਰ ਮਿਲਿਆ ਪੈਨ, ਇਹ ਬੰਦਾ ਸੀਗਾ, ਠੀਕ ਹੈ। ਇਹਦੇ ਸਾਹਮਣੇ ਇੱਕ ਹਲਕਾ ਜਿਹਾ ਪੈਨ ਪਿਆ ਸੀਗਾ, ਇਹਨੇ ਇੱਦਾਂ ਪੈਨ ਫੜਿਆ, ਇਹਨੇ ਹੱਥ ਨਾਲ ਪਹਿਲਾਂ ਇਹਨੇ ਇੱਦਾਂ ਇੱਥੇ ਪੈਨ ਪਿਆ ਸੀਗਾ, ਠੀਕ ਹੈ। ਇਹਨੇ ਇਹਨੂੰ ਪੈਨ ਨੂੰ ਚੱਕ ਕੇ ਇੰਨੀ ਉੱਪਰ ਲੈ ਆਇਆ, ਠੀਕ ਹੈ। ਉੱਪਰ ਜਾ ਕੇ ਇੱਦਾਂ ਹੁਣ ਨਜ਼ਰ ਨਹੀਂ ਆ ਰਿਹਾ, ਮੈਂ ਪੂਰੀ ਬਾਂਹ ਉੱਪਰ ਨੂੰ ਕਰਕੇ ਪੈਨ ਨੂੰ ਉੱਪਰ ਰੱਖਿਆ। ਹੁਣ ਇਹ ਪੈਨ ਨੂੰ ਉੱਪਰ ਚੱਕ ਕੇ ਜਾਣ ਨੂੰ ਮੈਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਪਿਆ, ਜਿੱਦਾਂ ਸਾਹਮਣੇ ਇਹਦੇ ਕੋਲ ਪੈਨ ਪਿਆ ਸੀਗਾ ਨੀਚੇ, ਇਹਨੇ ਪੈਨ ਨੂੰ ਚੱਕ ਕੇ ਉੱਪਰ ਖੜਾ ਕਰ ਦਿੱਤਾ, ਠੀਕ ਆ। ਇਹਨੂੰ ਜ਼ਿਆਦਾ ਟਾਈਮ ਨਹੀਂ ਲੱਗਾ, ਇਹ ਫਾਸਟ ਹੋ ਗਿਆ। ਜਿਹੜਾ ਪ੍ਰੋਸੈਸ ਫਾਸਟ ਹੁੰਦਾ ਆ ਉਹ ਇਰੀਵਰਸੀਬਲ ਹੁੰਦਾ ਆ, ਠੀਕ ਹੈ। ਤੇ ਹੁਣ ਪੈਨ ਨੂੰ ਚੱਕਣ ਲਈ ਮੈਨੂੰ ਜ਼ਿਆਦਾ એનર્ਜੀ ਦੀ ਲੋੜ ਨਹੀਂ ਪਈ, ਮੈਂ ਦਬਾ ਦਬ ਪੈਨ ਨੂੰ ਚੱਕਿਆ, ਮਤਲਬ ਕਿ ਥੋੜੀ એનર્ਜੀ ਦੇ ਨਾਲ ਹੀ ਪੈਨ ਚੱਕ ਹੋ ਗਿਆ। ਹੁਣ ਦੂਸਰੇ ਪਾਸੇ ਬੰਦਾ ਖੜਾ ਹੈ ਇੱਕ, ਠੀਕ ਹੈ। ਹੁਣ ਮੈਂ ਇਰੀਵਰਸੀਬਲ ਦੀ ਐਗਜ਼ਾਮਪਲ ਕਰਨ ਲੱਗਾ ਹਾਂ, ਸਮਝਾਉਣ ਲੱਗਾ ਹਾਂ। ਇਹਦੇ ਸਾਹਮਣੇ ਇੱਕ 50 kg ਦੀ ਬੋਰੀ ਪਈ ਹੋਈ ਹੈ, ਕਿਲੋ ਦੀ ਬੋਰੀ ਪਈ ਹੋਈ ਹੈ। ਇਹਨੂੰ ਕਹਿੰਦੇ ਕਿ ਤੂੰ ਬੋਰੀ ਚੱਕ ਲੈ, ਕਹਿੰਦਾ ਮੈਂ ਨਹੀਂ ਚੱਕਣੀ। ਆਪਾਂ ਉਹਨੂੰ ਪੰਪ ਦਿੱਤੇ, ਇਹਨੂੰ ਕਿਹਾ ਬੋਰੀ ਚੱਕ ਲਾ। ਇਹਨੇ ਕੀ ਕੀਤਾ, ਇਹਨੇ 50 ਕਿਲੋਗ੍ਰਾਮ ਦੀ ਬੋਰੀ ਨੂੰ ਚੱਕ ਲਿਆ। ਪਹਿਲਾਂ ਤਾਂ ਇਹਦੇ ਕੋਲੋਂ ਬੋਰੀ ਚੱਕ ਨਹੀਂ ਹੋਈ, ਇਹਨੇ ਜ਼ੋਰ ਲਗਾਇਆ, ਹੌਲੀ ਹੌਲੀ ਜ਼ੋਰ ਲਗਾਇਆ, ਜ਼ੋਰ ਲਗਾ ਕੇ ਬੋਰੀ ਆਪਣੇ ਸਿਰ ਦੇ ਉੱਪਰ ਤੱਕ ਲੈ ਗਿਆ। ਹੁਣ ਇਹ ਪ੍ਰੋਸੈਸ ਹੌਲੀ ਚੱਲਦਾ ਪਿਆ ਹੈ, ਠੀਕ ਹੈ। ਕਾਫੀ ਟਾਈਮ ਲੱਗਾ, ਇੱਦਾਂ ਨਿਗਾ ਜਿੰਨੀ ਸਪੀਡ ਦੇ ਨਾਲ ਤੁਸੀਂ ਇੱਕ ਪੈਨ ਨੂੰ ਚੱਕ ਕੇ ਸਿਰ ਉੱਪਰ ਰੱਖ ਸਕਦੇ ਆ, ਠੀਕ ਆ। ਤੇ ਉਹਦੇ ਕੰਪੈਰੀਜ਼ਨ ਜੇ ਤੁਸੀਂ 50 ਕਿਲੋਗ੍ਰਾਮ ਦੀ ਬੋਰੀ ਰੱਖਣੀ ਹੋਵੇ ਤੁਹਾਨੂੰ ਜ਼ਿਆਦਾ ਟਾਈਮ ਲੱਗੂਗਾ, ਮਤਲਬ ਕਿ ਇਹ ਵਾਲਾ ਪ੍ਰੋਸੈਸ ਕੀ ਸੀਗਾ, ਸਲੋ ਸੀਗਾ। ਹੁਣ ਤੁਸੀਂ ਕਿੰਨਾ ਟਾਈਮ ਬੋਰੀ ਨੂੰ ਉੱਪਰ ਰੱਖ ਸਕਦੇ ਆ ਆਪਣੇ ਸਿਰ ਤੇ, 1 ਮਿੰਟ 2 ਮਿੰਟ, ਉਹਦੇ ਬਾਅਦ ਚੋਂ ਤੁਸੀਂ ਥੱਕ ਜਾਣਾ, ਬੋਰੀ ਹੌਲੀ ਹੌਲੀ ਥੱਲੇ ਨੂੰ ਆ ਜਾਣੀ ਹੈ, ਠੀਕ ਹੈ। ਸਮਝਣਾ ਆ, ਠੀਕ ਹੈ। ਇਹਦੇ ਵਿੱਚ ਕੀ ਸੀਗਾ, ਪੈਨ ਨੂੰ ਇੱਕ ਵਾਰੀ ਚੱਕ ਕੇ ਆਪਾਂ ਚਾਹੇ 1 ਘੰਟਾ ਸਿਰ ਉੱਤੇ ਰੱਖੀਏ ਸਾਨੂੰ ਕੋਈ ਦੁੱਖ ਨਹੀਂ ਲੱਗਣਾ, ਬਟ ਇਹ ਬੋਰੀ ਸੀਗੀ, ਇਹਦਾ ਭਾਰ ਜ਼ਿਆਦਾ ਸੀਗਾ। ਪਹਿਲਾਂ ਤਾਂ ਸਾਨੂੰ ਟਾਈਮ ਕਾਫੀ ਲੱਗਾ ਉੱਪਰ ਤੱਕ ਖੜਨ ਲਈ, ਫਿਰ ਆਪਾਂ ਥੱਕ ਗਏ, ਬੋਰੀ ਫਿਰ ਨੀਚੇ ਆ ਗਈ। ਮਤਲਬ ਕਿ ਇਹ ਵਾਲਾ ਕਿਹੜਾ ਪ੍ਰੋਸੈਸ ਆ, ਪਹਿਲਾਂ ਬੋਰੀ ਚੱਕੀ, ਬੋਰੀ ਨੀਚੇ ਆ ਗਈ, ਰਿਵਰਸੀਬਲ। ਇਹਦੇ ਵਿੱਚ ਪੈਨ ਚੱਕਿਆ, ਉੱਪਰ ਹੀ ਰਿਹਾ, ਠੀਕ ਆ। ਹੁਣ ਕਿਹੜੀ ਚੀਜ਼ ਜਲਦੀ ਹੁੰਦੀ ਪਈ ਹੈ, ਇਰੀਵਰਸੀਬਲ ਪ੍ਰੋਸੈਸ ਆ। ਦੇਖੋ ਇਹ ਲਿਖਿਆ ਆ, ਇਰੀਵਰਸੀਬਲ ਪ੍ਰੋਸੈਸ ਐਟ ਮੇਜ਼ਰੇਬਲ ਸਪੀਡ, ਮਤਲਬ ਕਿ ਤੁਸੀਂ ਫਾਸਟ ਵੀ ਲਿਖ ਸਕਦੇ ਆ। ਤੇ ਇਹ ਰਿਵਰਸੀਬਲ ਪ੍ਰੋਸੈਸ ਐਕਸਟ੍ਰੀਮਲੀ ਸਲੋ। ਹੁਣ ਬੋਰੀ ਚੱਕੀ, ਪਹਿਲਾਂ ਚੱਕ ਲਈ ਫਿਰ ਨੀਚੇ ਆ ਗਏ, ਰਿਵਰਸੀਬਲ ਪ੍ਰੋਸੈਸ ਆ, ਬਟ ਇਹਨੂੰ ਚੱਕਣ ਲਈ ਜ਼ਿਆਦਾ ਟਾਈਮ ਲੱਗਾ ਆ, ਠੀਕ ਹੈ। ਕਾਫੀ ਟਾਈਮ ਲੱਗ ਗਿਆ ਇਹਨੂੰ ਉੱਪਰ ਖੜਨ ਲਈ, ਤੇ ਜਲਦ ਫਿਰ ਨੀਚੇ ਵੀ ਆ ਗਈ ਇਹ। ਹੁਣ ਤੁਸੀਂ ਦੇਖੋ ਇਹਨੇ ਅੱਗੇ ਲਿਖਿਆ ਵਰਕ ਡਨ ਬਾਈ ਰਿਵਰਸੀਬਲ ਪ੍ਰੋਸੈਸ ਇਜ਼ ਗ੍ਰੇਟਰ ਦੈਨ ਕੋਰਸਪੋਂਡਿੰਗ ਟੂ ਇਰੀਵਰਸੀਬਲ ਪ੍ਰੋਸੈਸ। ਹੁਣ ਜੇ ਤੁਸੀਂ ਬੋਰੀ ਉੱਪਰ ਚੱਕ ਕੇ ਲੈ ਕੇ ਗਏ ਆ, ਤੁਹਾਨੂੰ ਬੋਰੀ ਚੱਕਣ ਨੂੰ ਜ਼ਿਆਦਾ એનર્ਜੀ ਚਾਹੀਦੀ ਆ, ਜ਼ਿਆਦਾ ਕੰਮ ਕਰਨਾ ਪੈਣਾ, ਜਾਂ ਪੈਨ ਚੱਕਣ ਲਈ? ਇਹ ਤਾਂ ਛੋਟਾ ਬੱਚਾ ਵੀ ਦੱਸ ਸਕਦਾ ਕਿ ਬੋਰੀ ਚੱਕਣ ਲਈ, ਮਤਲਬ ਕਿ ਰਿਵਰਸੀਬਲ ਪ੍ਰੋਸੈਸ ਲਈ ਵਰਕ ਡਨ ਜ਼ਿਆਦਾ ਕਰਨਾ ਪੈਂਦਾ। ਮਤਲਬ ਕਿ ਇਹ ਤਿੰਨੇ ਚੀਜ਼ਾਂ ਸਹੀ ਸੀਗੀਆਂ, ਤੇ ਇਹਦਾ ਜਿਹੜਾ ਕਰੈਕਟ ਆਨਸਰ ਆਣਾ ਸੀਗਾ ਉਹ ਆਣਾ ਸੀ ਨਨ ਆਫ ਦੀਸ, ਠੀਕ ਹੈ। ਬੜਾ ਵਧੀਆ ਕੁਐਸਚਨ ਆ, ਬਟ ਜੇ ਤੁਹਾਨੂੰ ਕਨਸੈਪਟ ਕਲੀਅਰ ਹੋਣਗੇ ਫਿਰ ਹੀ ਤੁਸੀਂ ਇਹ ਕੁਐਸਚਨ ਦਾ ਆਨਸਰ ਦੇ ਸਕਦੇ ਆ, ਅਦਰਵਾਈਜ਼ ਤੁਸੀਂ ਕਨਫਿਊਜ਼ ਹੋ ਜਾਣਾ ਆ, ਓਕੇ। ਤੇ ਫਿਰ ਸਾਡਾ ਜਿਹੜਾ ਨੈਕਸਟ ਕੁਐਸਚਨ ਸੀਗਾ ਇਹ ਵੀ ਠੀਕ ਸੀਗਾ, ਕੁਐਸਚਨ ਕੋਈ ਖਾਸ ਨਹੀਂ ਸੀਗਾ। ਕਹਿੰਦਾ ਇਫ ਏ 0.1 ਮੋਲਰ ਸੋਲਿਊਸ਼ਨ ਆ ਗਲੂਕੋਜ਼ ਦਾ ਤੇ 0.1 ਮੋਲਰ ਸੋਲਿਊਸ਼ਨ ਆ ਯੂਰੀਆ ਦਾ ਆਰ ਪਲੇਸਡ ਔਨ the two sides of semi permeable membrane to equal height, then what will be correct? ਇਹਨੂੰ ਪਹਿਲਾਂ ਸਮਝ ਲਓ, ਠੀਕ ਹੈ। ਇਹ ਸਾਡੇ ਕੋਲ ਹੈਗੀ ਆ ਵਿੱਚ ਸੈਮੀ ਪਰਮੀਏਬਲ ਮੈਂਬਰੇਨ। ਇਹ ਕੀ ਆ, ਸੈਮੀ ਪਰਮੀਏਬਲ ਮੈਂਬਰੇਨ, SPM। ਇਧਰਲੇ ਪਾਸੇ ਹੈਗਾ 0.1 ਮੋਲਰ ਗਲੂਕੋਜ਼, ਦੂਸਰੇ ਪਾਸੇ ਹੈਗਾ 0.1 ਮੋਲਰ ਯੂਰੀਆ। ਇਹਦੀ ਵੀ ਹਾਈਟ ਇੰਨੀ ਆ, ਇਹਦੀ ਦੋਨਾਂ ਦੀ ਹਾਈਟ ਸੇਮ ਆ, ਮਤਲਬ ਕਿ ਹੁਣ ਇਹ ਦੋਨੋਂ ਕਿਆ ਸੋਲਿਊਸ਼ਨ ਆ, ਦੋਨਾਂ ਦੀ ਜਿਹੜੀ ਆ ਮੋਲੈਰਿਟੀ ਸੇਮ ਆ, ਤਾਂ ਕਰਕੇ ਆਪਾਂ ਬੋਲਣਾ ਕਿ ਬੋਥ ਆਰ ਆਈਸੋਟੋਨਿਕ ਸੋਲਿਊਸ਼ਨ। ਸੇਮ ਹਾਈਟ ਆ, ਸੇਮ ਮੋਲੈਰਿਟੀ ਆ, ਕੰਸੈਂਟਰੇਸ਼ਨ ਆ, ਮਤਲਬ ਕਿਹੜੇ ਸੋਲਿਊਸ਼ਨ ਆ ਇਹ, ਆਈਸੋਟੋਨਿਕ ਸੋਲਿਊਸ਼ਨ। ਜਦੋਂ ਸੋਲਿਊਸ਼ਨ ਆਈਸੋਟੋਨਿਕ ਹੋਣ ਉਹਨਾਂ ਦੇ ਵਿੱਚ ਔਸਮੋਟਿਕ ਪ੍ਰੈਸ਼ਰ ਕੀ ਹੁੰਦਾ ਆ, ਸੇਮ ਹੁੰਦਾ ਆ। ਫॉर ਆਈਸੋਟੋਨਿਕ ਸੋਲਿਊਸ਼ਨਸ ਲਈ ਔਸਮੋਟਿਕ ਪ੍ਰੈਸ਼ਰ ਕੀ ਹੋਣਾ ਆ, ਸੇਮ ਹੋਣਾ ਆ, ਜਿਹਦੇ ਕਰਕੇ ਜਿਹੜਾ ਕੁਛ ਵੀ ਇੱਧਰੋਂ ਉੱਧਰ ਮੂਵ ਨਹੀਂ ਹੋਣਾ,
ਕੀ ਯਾਦ ਰੱਖਣਾ, ਮੋਲੈਰਿਟੀ ਸੇਮ ਆ, ਹਾਈਟ ਸੇਮ ਆ, ਓਸਮੋਟਿਕ ਪ੍ਰੈਸ਼ਰ ਸੇਮ ਹੋਊਗਾ, ਜਿਹਦੇ ਕਰਕੇ ਕੀ ਹੋਣਾ ਆ, ਕੋਈ ਵੀ ਮੂਵਮੈਂਟ ਨਹੀਂ ਹੋਣੀ। ਇਹਦਾ ਜਿਹੜਾ ਆਨਸਰ ਥਰਡ ਆਣਾ, ਦੇਅਰ ਵਿਲ ਬੀ ਨੋ ਨੈਟ ਮੂਵਮੈਂਟ ਅਕਰੋਸ ਦਾ ਮੈਂਬਰੇਨਸ ਦੇ ਅਕਰੋਸ ਮੂਵਮੈਂਟ ਨਹੀਂ ਹੁੰਦੀ ਪਈ ਆ, ਠੀਕ ਹੈ, ਨਜ਼ਰ ਨਹੀਂ ਆਇਆ, ਉਹ ਸੌਰੀ ਬੱਚੇ। ਇਹਦਾ ਆਨਸਰ ਕੀ ਆਣਾ ਸੀਗਾ ਕਿ ਜਿਹੜਾ ਦੇਅਰ ਵਿਲ ਬੀ ਆਈਸੋਟੋਨਿਕ ਸੋਲਿਊਸ਼ਨ ਆ, ਠੀਕ ਆ, ਸੇਮ ਓਸਮੋਟਿਕ ਪ੍ਰੈਸ਼ਰ ਆ, ਸੇਮ ਹਾਈਟ ਆ, ਜਿਹਦੇ ਕਰਕੇ ਕੋਈ ਵੀ ਮੂਵਮੈਂਟ ਨਹੀਂ ਹੁੰਦੀ ਪਈ ਅਕਰੋਸ ਦਾ ਮੈਂਬਰੇਨ। ਇਹਦਾ ਆਨਸਰ ਇੰਨਾ ਹੀ ਆਣਾ ਆ। ਓਕੇ, ਤੇ ਫਿਰ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਆ। ਇਹ ਕੁਐਸਚਨ ਕਾਫੀ ਵਧੀਆ ਸੀ, ਨਿਊਮੈਰੀਕਲ। ਐਕਚੁਅਲੀ ਇਹ ਨਿਊਮੈਰੀਕਲ ਮੈਂ ਕੀਤਾ ਹੋਇਆ ਸੀਗਾ, ਠੀਕ ਹੈ, ਤਾਂ ਸਿੰਪਲ ਜਿਹਾ ਮੈਥਡ ਲਗਾ ਕੇ ਮੇਰਾ ਇਹ ਕੁਐਸਚਨ ਪੇਪਰ ਦੇ ਵਿੱਚ ਸੋਲਵ ਹੋ ਗਿਆ ਸੀਗਾ। ਮੈਂ ਜਿੱਦਾਂ ਇਹ ਕੁਐਸਚਨ ਜਦੋਂ ਮੈਂ ਪੜ੍ਹਦਾ ਸੀਗਾ ਜਾਂ ਕਿਸੇ ਨੂੰ ਕਰਵਾਉਣਾ ਸੀਗਾ, ਪੜ੍ਹਾਉਂਦਾ ਸੀਗਾ, ਉਦੋਂ ਮੈਂ ਇਹ ਕੁਐਸਚਨ ਕੱਢਿਆ ਹੋਇਆ ਸੀਗਾ, ਤੇ ਮੈਨੂੰ ਇਹ ਕੁਐਸਚਨ ਦੇਖ ਕੇ ਹੀ ਲੱਗਾ ਕਿ ਇਹਦਾ ਆਨਸਰ 1.92 ਆਣਾ ਆ, ਠੀਕ ਹੈ। ਫਿਰ ਮੈਂ ਥੋੜੀ ਜਿਹੀ ਕੈਲਕੂਲੇਸ਼ਨ ਕੀਤੀ ਤੇ ਉਹਦੇ ਲਾਗੇ ਪਹੁੰਚ ਗਿਆ, ਠੀਕ ਹੈ। ਇਹਦੇ ਵਿੱਚ ਹੈ ਕੀ ਆ, 0.5% ਐਕੁਅਸ ਸੋਲਿਊਸ਼ਨ ਆ ਪੋਟਾਸ਼ੀਅਮ ਕਲੋਰਾਈਡ ਦਾ। ਸੋਲਿਊਸ਼ਨ ਫਰੀਜ਼ ਐਟ Na ਤੇ ਜੰਮਦਾ ਪਿਆ, ਸੋਲਿਊਸ਼ਨ ਫਰੀਜ਼ ਹੁੰਦਾ ਪਿਆ। KF ਦਿੱਤਾ ਹੋਇਆ, ਆਪਾਂ ਵੈਂਟ ਹਾਫ ਫੈਕਟਰ ਇਹਦੇ ਲਈ ਕੈਲਕੂਲੇਟ ਕਰਨਾ ਹੈ, ਠੀਕ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਹਦੇ ਲਈ ਜਿਹੜਾ ਵੈਂਟ ਹਾਫ ਫੈਕਟਰ ਹੁੰਦਾ I, ਉਹਦਾ ਫਾਰਮੂਲਾ ਪਤਾ ਹੋਣਾ ਚਾਹੀਦਾ। ਵੈਂਟ ਹਾਫ ਫੈਕਟਰ ਦਾ ਫਾਰਮੂਲਾ ਹੁੰਦਾ ਆ I is equal to observed value of colligative property ਬਟਾ calculated value of colligative property। ਮੈਂ ਇੱਥੇ ਡੈਲਟਾ TF ਲਿਖਿਆ, colligative property ਮਤਲਬ ਕਿ observed colligative property ਬਟਾ calculated property, ਠੀਕ ਹੈ, colligative property। ਇਹਦੇ ਵਿੱਚ ਫਾਰਮ ਡੈਲਟਾ TF ਆ, ਮਤਲਬ ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ। ਜਿਹੜਾ observed ਆ ਉੱਪਰ ਲਿਖਣਾ, ਜਿਹੜਾ calculated ਆ ਉਹ ਨੀਚੇ ਲਿਖਣਾ ਆ, ਠੀਕ ਹੈ। ਹੁਣ ਸਾਨੂੰ ਪਤਾ ਇਹਦੇ ਵਿੱਚ ਡੈਲਟਾ TF ਦਾ ਫਾਰਮੂਲਾ ਕੀ ਹੁੰਦਾ, KFM। KF ਕਾਂਸਟੈਂਟ ਆ, M ਮੋਲੈਲਿਟੀ ਆ, ਮੋਲੈਲਿਟੀ ਦਾ ਮੈਂ ਲਿਖ ਲਿਆ ਗਿਵਨ ਮਾਸ ਬਟਾ ਮੋਲਰ ਮਾਸ, ਗਿਵਨ ਮਾਸ ਆਫ ਸੋਲਿਊਟ ਬਟਾ ਮੋਲਰ ਮਾਸ ਆਫ ਸੋਲਿਊਟ ਇਨਟੂ 1000 ਅਪਨ weight of solvent। ਇਹ ਤੁਹਾਨੂੰ ਪਤਾ ਹੈ ਮੇਰੇ ਅਕੋਰਡਿੰਗ, ਤਾਂ ਮੈਂ ਥੋੜਾ ਸਪੀਡ 'ਚ ਚੱਲ ਰਿਹਾ ਹਾਂ। ਡੈਲਟਾ TF ਕਿਹਾ ਜਾਂਦਾ ਹੁੰਦਾ ਆ KF ਇਨਟੂ WV ਅਪਨ MV ਇਨਟੂ 1000 ਅਪਨ WA। ਇਹ ਹੈਗਾ weight of solute, molar mass of solute, mass of solvent, ਠੀਕ ਹੈ। ਹੁਣ KF ਦੀ ਵੈਲਿਊ 1.86 ਦਿੱਤੀ ਹੋਈ ਆ, ਉਹਨੇ ਇੰਨੇ ਪਰਸੈਂਟ ਬੋਲਿਆ। ਜੇ ਇੰਨੇ ਪਰਸੈਂਟ ਮਤਲਬ ਇੰਨੇ ਗ੍ਰਾਮ ਹੋਊਗਾ ਟੋਟਲ, ਇਹ ਸੋਲਿਊਟ ਆ ਗਿਆ। ਜੇ ਸੋਲਵੈਂਟ ਕੱਢਣਾ, ਜੇ ਪਰਸੈਂਟ ਮਤਲਬ 100 ਚੋਂ ਮਾਈਨਸ ਕਰਕੇ 0.5 ਗ੍ਰਾਮ ਜਿਹੜਾ ਸਾਡਾ ਆ ਜਾਣਾ, ਉਹ ਆ ਜਾਣਾ ਸੋਲਵੈਂਟ ਦਾ 99.5 ਗ੍ਰਾਮ। 0.5 ਇਹ ਆ ਗਿਆ, ਸੋਲਵੈਂਟ ਦਾ ਕਿੰਨਾ ਆ ਗਿਆ 99, ਇਹ ਆ ਗਿਆ ਮੋਲਰ ਮਾਸ। KCl ਆ, ਪੋਟਾਸ਼ੀਅਮ ਦਾ 39 ਹੁੰਦਾ, ਉਹਦਾ 35.5 ਆ ਜਾਣਾ 74.5 ਇੰਨਾ ਆ ਗਿਆ। ਵੈਲਿਊ ਪੁੱਟ ਕਰਨ ਤੇ ਕੈਲਕੂਲੇਟ ਕਰਕੇ ਇਹ ਤੁਹਾਡਾ ਆਨਸਰ ਆ ਗਿਆ। ਹੁਣ ਉਹਨੇ ਸਾਨੂੰ ਦਿੱਤਾ ਹੋਇਆ ਡੈਲਟਾ TF ਨਹੀਂ, ਇਹ ਤਾਂ ਸਾਡਾ ਆ ਗਿਆ ਕੈਲਕੂਲੇਟਡ ਜਿਹੜਾ ਆਪਾਂ ਕੱਢਿਆ, ਮਤਲਬ ਕਿ ਇਹਨੂੰ ਨੀਚੇ ਰੱਖਣਾ ਹੈ। TF ਨੋਟ ਕੋਈ ਵੀ ਐਕੁਅਸ ਸੋਲਿਊਸ਼ਨ ਆ, ਮਤਲਬ ਵਾਟਰ ਕਿੰਨੇ ਤੇ ਬੋਇਲ ਕਰਦਾ। TF ਨੋਟ ਹੁੰਦਾ ਪਿਓਰ ਵਾਟਰ ਦਾ, ਸੱਚ ਬੋਇਲ ਨਹੀਂ, ਫਰੀਜ਼ ਕਰਦਾ, ਉਹ 0 ਤੇ ਫਰੀਜ਼ ਕਰਦਾ, ਤਾਂ ਕਰਕੇ 0 ਸੋਲਿਊਸ਼ਨ ਦਾ TF ਦਿੱਤਾ ਹੋਇਆ ਆ, ਮਾਈਨਸ ਕਰਕੇ ਸਾਡੇ ਕੋਲ ਆ ਚੀਜ਼ ਆ ਗਈ। ਫੋਕਸ ਸਹੀ ਆ, ਮਾਈਨਸ ਕਰਕੇ ਸਾਡੇ ਕੋਲ ਇੰਨੀ ਚੀਜ਼ ਆ ਗਈ, ਠੀਕ ਹੈ। ਇਹ ਆ ਗਿਆ ਸਾਡੇ ਕੋਲ ਡੈਲਟਾ TF ਜਿਹੜਾ ਓਬਜ਼ਰਵਡ ਸੀਗਾ, ਇਹ ਓਬਜ਼ਰਵਡ ਆ ਗਿਆ, ਕੈਲਕੂਲੇਟਡ ਆ ਗਿਆ। ਦੋਨਾਂ ਨੂੰ ਡਿਵਾਈਡ ਕੀਤਾ, ਓਬਜ਼ਰਵਡ ਬਟਾ ਕੈਲਕੂਲੇਟਡ, ਵੀ ਗੈਟ 1.92। ਹੁਣ ਤੁਹਾਡੇ ਮਾਈਂਡ ਦੇ ਵਿੱਚ ਇਹ ਵੀ ਕੁਐਸਚਨ ਆਉਂਦਾ ਹੋਣਾ ਕਿ ਐਡਾ ਕੁਐਸਚਨ ਆਪਾਂ ਪੇਪਰ 'ਚ ਕਿਵੇਂ ਕਰਾਂਗੇ, ਠੀਕ ਹੈ। ਉਹੀ ਚੀਜ਼ ਆ, ਜੇ ਤੁਸੀਂ ਮਤਲਬ ਕਿ ਪ੍ਰੈਕਟਿਸ ਜ਼ਿਆਦਾ ਰੱਖੋ, ਇਹ ਨਾ ਸੋਚੋ ਕਿ ਪੇਪਰ ਹੋਣਾ ਨਹੀਂ ਹੋਣਾ। ਹੁਣ ਵੀ ਮਾਸਟਰ ਕੈਡਰ ਦਾ ਪੇਪਰ ਨਿਕਲ ਚੁੱਕਾ ਹੈ, ਠੀਕ ਹੈ, ਫੇਲ ਨਹੀਂ ਹੋ ਰਿਹਾ ਹਾਲੇ। ਇਹ ਨਾ ਸੋਚੋ ਕਿ ਪੇਪਰ ਹੋਣਾ ਨਹੀਂ ਹੋਣਾ, ਪ੍ਰੈਪਰੇਸ਼ਨ ਰੱਖੋ ਘੱਟੋ ਘੱਟ, ਠੀਕ ਹੈ। 1 ਸਾਲ ਤੁਹਾਡੀ 1 ਸਾਲ ਪੂਰਾ ਲੱਗ ਜਾਂਦਾ ਜੇ ਆਪਾਂ ਬਿਲਕੁਲ ਚੰਗੇ ਢੰਗ ਨਾਲ ਪ੍ਰੈਪਰੇਸ਼ਨ ਕਰਨੀ ਹੋਵੇ। ਤੇ ਫਸਟ
50 ਦੇ ਵਿੱਚ ਆਣਾ ਹੋਵੇ ਤਾਂ 1 ਸਾਲ ਪ੍ਰੈਪਰੇਸ਼ਨ ਕਰੋ ਬੜੇ ਆਰਾਮ ਨਾਲ, ਰਿਲੈਕਸ ਹੋ ਕੇ, ਠੀਕ ਹੈ। ਤਿੰਨੇ ਸਬਜੈਕਟਸ ਦੀ ਟਾਈਮ ਟੇਬਲ ਬਣਾ ਕੇ ਤੁਹਾਡਾ ਪੇਪਰ ਬੜੇ ਆਰਾਮ ਨਾਲ ਨਿਕਲ ਜਾਣਾ ਹੈ, ਠੀਕ ਹੈ, ਅਗਰ ਜੌਬ ਲੈਣੀ ਹੈ ਤਾਂ। ਓਕੇ, ਅੱਗੇ ਹੁਣ ਆਪਾਂ ਨੈਕਸਟ ਕਰਦੇ ਹਾਂ। ਉਹਦੇ ਬਾਅਦ ਵਿੱਚ ਸਾਡਾ ਨੈਕਸਟ ਕੁਐਸਚਨ ਹੈਗਾ ਇਨ ਡੈਨੀਅਲ ਸੈੱਲ ਦੇ ਵਿੱਚ ਹੈਵਿੰਗ ਜ਼ਿੰਕ ਇਲੈਕਟ੍ਰੋਡ ਨੂੰ ਜ਼ਿੰਕ ਸਲਫੇਟ ਦੇ ਵਿੱਚ ਡਿਪ ਕੀਤਾ ਹੋਇਆ, ਕਾਪਰ ਇਲੈਕਟ੍ਰੋਡ ਨੂੰ ਡਿਪ ਕੀਤਾ ਹੋਇਆ ਕਾਪਰ ਸਲਫੇਟ ਸੋਲਿਊਸ਼ਨ ਦੇ ਵਿੱਚ, ਸਟੈਂਡਰਡ ਰਿਡਕਸ਼ਨ ਪੋਟੈਂਸ਼ੀਅਲ ਦਿੱਤਾ ਹੋਇਆ ਹੈ, ਠੀਕ ਹੈ, ਆਕਸੀਡੇਸ਼ਨ ਮਤਲਬ ਕਿ ਦੋਨਾਂ ਦਾ ਦਿੱਤਾ ਹੋਇਆ ਹੈ, ਠੀਕ ਹੈ। ਆਪਾਂ ਸਟੈਂਡਰਡ ਪੋਟੈਂਸ਼ੀਅਲ ਕੈਲਕੂਲੇਟ ਕਰਨਾ ਹੈ। ਇਹਦੇ ਲਈ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ, ਇਹ ਬੇਸਿਕਲੀ ਤੁਹਾਨੂੰ ਇਹ ਵੀ ਇਹ 'ਚੋਂ ਜਿਹੜਾ ਮੇਨ ਲੱਭਣਾ ਨਾ, ਸਾਨੂੰ ਫਾਰਮੂਲਾ ਤਾਂ ਪਤਾ ਹੀ ਹੁੰਦਾ ਆ। 2 ਮਿੰਟ, ਜਿਹੜਾ ਸਾਨੂੰ ਫਾਰਮੂਲਾ ਪਤਾ ਹੁੰਦਾ ਮੋਸਟਲੀ, ਈ ਨੋਟ ਸੈੱਲ ਤੁਸੀਂ ਵੀ ਪੜ੍ਹਿਆ ਹੋਣਾ ਕਿਤੇ ਨਾ ਕਿਤੇ। ਈ ਨੋਟ ਸੈੱਲ ਹੁੰਦਾ ਈ ਕੈਥੋਡ ਮਾਈਨਸ ਐਨੋਡ। ਇਹ ਕੁਐਸਚਨਸ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਹੈ ਨਾ, ਹੁਣ ਦੇਖੋ ਜ਼ਿੰਕ 2 ਪੋਜ਼ੀਟਿਵ ਤੋਂ ਜ਼ਿੰਕ ਜਾ ਰਿਹਾ, ਕਾਪਰ 2 ਪੋਜ਼ੀਟਿਵ ਤੋਂ ਕਾਪਰ ਜਾ ਰਿਹਾ, ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਕੈਥੋਡ ਕਿਹੜਾ ਆ ਤੇ ਐਨੋਡ ਕਿਹੜਾ ਆ। ਉਹ ਚੀਜ਼ ਨੂੰ ਸਮਝਣਾ ਪੈਣਾ। ਬੇਸਿਕਲੀ ਜਿਹੜਾ ਇਹ ਸੈੱਲ ਸੀਗਾ ਨਾ, ਜ਼ਿੰਕ ਨੂੰ ਜ਼ਿੰਕ ਸਲਫੇਟ ਦੇ ਵਿੱਚ, ਕਾਪਰ ਨੂੰ ਕਾਪਰ ਸਲਫੇਟ ਦੇ ਵਿੱਚ। ਆਪਾਂ ਇਲੈਕਟ੍ਰੋਕੈਮੀਕਲ ਸੈੱਲ ਪੜ੍ਹਦੇ ਹਾਂ, ਮੈਨੂੰ ਉੱਥੋਂ ਹੀ ਪਤਾ ਲੱਗ ਗਿਆ ਸੀਗਾ ਕਿ ਜਿਹੜਾ ਇਲੈਕਟ੍ਰੋਕੈਮੀਕਲ ਸੈੱਲ ਪੜ੍ਹਦੇ ਹਾਂ ਉਹਦੇ ਵਿੱਚ ਜਿਹੜਾ ਜ਼ਿੰਕ ਹੁੰਦਾ ਆ ਉਹ 'ਤੇ ਆਕਸੀਡੇਸ਼ਨ ਹੁੰਦੀ ਆ, ਤੇ ਕਾਪਰ 'ਤੇ ਕੀ ਹੁੰਦੀ ਆ, ਰਿਡਕਸ਼ਨ ਹੁੰਦੀ ਆ, ਠੀਕ ਹੈ। ਜ਼ਿੰਕ 'ਤੇ ਕੀ ਹੁੰਦੀ ਆ, ਆਕਸੀਡੇਸ਼ਨ, ਤੇ ਕਾਪਰ 'ਤੇ ਕਿਆ ਹੁੰਦੀ ਆ, ਰਿਡਕਸ਼ਨ। ਉੱਥੋਂ ਮੈਂ ਹਿੰਟ ਰੱਖਿਆ ਹੋਇਆ ਆ ਕਿ ਜਿਹੜੀ ਆਕਸੀਡੇਸ਼ਨ ਹੁੰਦੀ ਆ ਉਹਦੇ ਲਈ ਆਪਾਂ ਉਹ ਐਨੋਡ 'ਤੇ ਹੁੰਦੀ ਆ, ਤੇ ਰਿਡਕਸ਼ਨ ਜਿਹੜੀ ਆ ਉਹ ਕੈਥੋਡ 'ਤੇ ਹੁੰਦੀ ਆ, ਠੀਕ ਹੈ। ਇਸ ਤਰ੍ਹਾਂ ਵੀ ਆਪਾਂ ਯਾਦ ਰੱਖ ਲੈਂਦੇ ਹਾਂ। ਦੂਸਰੀ ਚੀਜ਼ ਯਾਦ ਰੱਖਣੀ ਹੈ, ਜਿੰਨੀ ਵੈਲਿਊ ਵੱਡੀ ਹੋਊਗੀ, ਜ਼ਿਆਦਾ ਹੋਊਗੀ, ਜਿੰਨੀ ਵੈਲਿਊ ਕੀ ਹੋਊਗੀ, ਵੱਡੀ ਹੋਊਗੀ, ਮਤਲਬ ਕਿ ਗ੍ਰੇਟਰ ਹੋਊਗੀ। 2 ਵੈਲਿਊਸ ਹੁੰਦੀਆਂ, ਦੋਨਾਂ 'ਚੋਂ ਜਿਹੜੀ ਵੈਲਿਊ ਵੱਡੀ ਆ ਉਹ ਤੁਹਾਡੇ ਕੋਲ ਕੈਥੋਡ ਆਣਾ ਆ, ਤੇ ਦੂਸਰਾ ਕੀ ਆਣਾ, ਜਿਹੜੀ ਲੈਸਰ ਵਾਲੀ ਉਹ ਕੀ ਆਣੀ ਹੈ, ਐਨੋਡ ਆਣੀ ਆ। ਇਹ ਵੀ ਇੱਕ ਹੈਗਾ ਮੈਥਡ ਯਾਦ ਰੱਖਣ ਦਾ। ਹੁਣ ਇੱਕ ਇਹ ਵਾਲੀ ਆ 0.34 ਆ, ਦੂਸਰੀ ਨੈਗੇਟਿਵ ਆ। ਵੱਡੀ ਕਿਹੜੀ ਆ, ਪੋਜ਼ੀਟਿਵ ਵਾਲੀ ਵੱਡੀ ਹੋ ਗਈ, ਤਾਂ ਕਰਕੇ ਇਹ ਸਾਡੇ ਕੋਲ ਕੈਥੋਡ ਆ ਗਈ, ਦੂਸਰੀ ਐਨੋਡ ਆ ਗਈ। ਓਕੇ, ਦੋਨੋਂ ਆ ਗਈਆਂ। ਉੱਥੋਂ ਈ ਨੋਟ ਸੈੱਲ ਦਾ ਫਾਰਮੂਲਾ ਲਗਾਇਆ, ਈ ਕੈਥੋਡ ਮਾਈਨਸ ਐਨੋਡ ਕਰਕੇ ਮਾਈਨਸ ਮਾਈਨਸ ਕੀ ਹੋ ਗਿਆ, ਪਲੱਸ ਹੋ ਗਿਆ। ਸਾਡਾ ਆਨਸਰ ਆ ਗਿਆ 1.103, ਠੀਕ ਹੈ। ਹੁਣ ਇਹਦੇ ਵਿੱਚ ਇੱਦਾਂ ਸੀਗਾ ਕਿ ਜੇ ਤੁਸੀਂ ਇਹਨਾਂ ਨੂੰ ਅੱਗੇ ਪਿੱਛੇ ਰੱਖਦੇ ਫਿਰ ਆਹ ਆਨਸਰ ਬਣ ਜਾਂਦਾ, ਇਹ ਵੀ ਆਨਸਰ ਬਣਦਾ ਪਿਆ। ਮਤਲਬ ਕਿ ਜੇ ਤੁਸੀਂ ਗਲਤ ਵੀ ਅਟੈਂਪਟ ਕਰਦੇ ਹੋ ਤਾਂ ਵੀ ਤੁਹਾਡੀ ਆਪਸ਼ਨ ਆ ਜਾਂਦੀ ਆ, ਠੀਕ ਹੈ। ਜੇ ਤੁਸੀਂ ਗਲਤ ਵੀ ਮਤਲਬ ਕਿ ਐਨੋਡ ਕੈਥੋਡ ਪੁੱਠਾ ਕਰ ਲਿਆ, ਫਿਰ ਵੀ ਤੁਹਾਨੂੰ ਇੱਕ ਅੱਧੀ ਆਪਸ਼ਨ ਦੇਖਣ ਨੂੰ ਮਿਲ ਜਾਣੀ ਹੈ। ਸਾਨੂੰ ਲੱਗਣਾ ਕਿ ਆਨਸਰ ਆ ਗਿਆ, ਕਿ ਸ਼ਾਇਦ ਸਾਡਾ ਸਹੀ ਹੋਊਗਾ, ਬਟ ਇੱਥੇ ਆਪਾਂ ਗੜਬੜ ਕਰ ਜਾਂਦੇ ਹਾਂ, ਠੀਕ ਹੈ। ਇਹਨੂੰ ਧਿਆਨ ਦੇ ਨਾਲ ਕਰਨਾ ਹੈ, ਕੁਐਸਚਨ ਨੂੰ ਗਲਤ ਨਹੀਂ ਕਰਨਾ। ਓਕੇ, ਇਹ ਹਾਲੇ ਤੱਕ ਜਿੰਨਾ ਵੀ ਮੈਂ ਕਰਵਾ ਰਿਹਾ ਨਾ, ਮੈਕਸਿਮਮ +1 +2 ਵਾਲਾ ਹੀ ਆ ਰਿਹਾ ਆ। ਓਕੇ, ਠੀਕ ਹੈ। ਉਹਦੇ ਬਾਅਦ 'ਚ ਆਪਾਂ 16 ਕੁਐਸਚਨ ਕਰਨਾ। 16 ਕੁਐਸਚਨ ਕੀ ਸੀਗਾ ਕਿ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਬਫਰ ਸੋਲਿਊਸ਼ਨ। ਸਭ ਤੋਂ ਪਹਿਲਾਂ ਤੁਹਾਨੂੰ ਬਫਰ ਸੋਲਿਊਸ਼ਨ ਪਤਾ ਹੋਣੇ ਚਾਹੀਦੇ ਕਿ ਬਫਰ ਸੋਲਿਊਸ਼ਨ ਹੁੰਦੇ ਕੀ ਆ, ਠੀਕ ਹੈ। ਬਫਰ ਸੋਲਿਊਸ਼ਨ ਇੱਕ ਇੱਦਾਂ ਦਾ ਸੋਲਿਊਸ਼ਨ ਹੁੰਦਾ, ਜੇ ਆਪਾਂ ਉਹਦੇ ਵਿੱਚ ਐਸਿਡ ਜਾਂ ਬੇਸ ਪਾਈਏ, ਉਹਦੀ ਮਤਲਬ ਕਿ pH ਵੈਲਿਊ ਚੇਂਜ ਨਾ ਹੋਵੇ, ਉਹਨਾਂ ਨੂੰ ਆਪਾਂ ਕਿਆ ਬੋਲਦੇ ਹਾਂ, ਬਫਰ ਸੋਲਿਊਸ਼ਨਸ। ਓਕੇ, ਠੀਕ ਹੈ। +1 ਦਾ ਟੌਪਿਕ ਆ ਬਫਰ ਕਿਹੜੇ ਕਿਹੜੇ ਹੁੰਦੇ ਆ। ਇੱਕ ਤਾਂ ਐਸਿਡਿਕ ਬਫਰਸ ਹੁੰਦੇ ਆ। ਐਸਿਡਿਕ ਬਫਰ ਹੁੰਦੇ ਆ ਜਿਨ੍ਹਾਂ ਦੇ ਵਿੱਚ ਵੀਕ ਐਸਿਡ ਹੋਵੇ ਤੇ ਉਹਦਾ ਸਾਲਟ ਹੋਵੇ ਵਿਦ ਸਟਰੋਂਗ ਬੇਸ। ਵੀਕ ਐਸਿਡ ਐਂਡ ਇਟਸ ਸਾਲਟ ਵਿਦ ਸਟਰੋਂਗ ਬੇਸ ਇਹਦੇ ਵਿੱਚ ਆ ਜਾਂਦਾ, ਜਿੱਦਾਂ ਐਸਿਟਿਕ ਐਸਿਡ ਨਾਲ ਸੋਡੀਅਮ ਐਸੀਟੇਟ, ਬੋਰਿਕ ਐਸਿਡ ਨਾਲ ਸੋਡੀਅਮ ਬੋਰੇਟ, ਫਾਰਮਿਕ ਐਸਿਡ ਸੋਡੀਅਮ ਫਾਰਮੇਟ, ਫਾਸਫੋਰਿਕ ਐਸਿਡ ਸੋਡੀਅਮ ਫਾਸਫੇਟ, ਤੇ ਬੇਸਿਕ ਬਫਰ ਆ ਜਾਂਦੇ ਆ। ਇਹ ਮੈਂ ਪੜ੍ਹੇ ਹੋਏ ਸੀਗੇ ਇੱਥੋਂ, ਠੀਕ ਹੈ। ਇਸ ਤਰ੍ਹਾਂ ਤੁਸੀਂ ਸਾਰਾ ਪੜ੍ਹਨਾ ਹੈ, ਡੀਪ ਪੜ੍ਹਨਾ, ਫਿਰ ਤੁਹਾਡੇ ਨੰਬਰ ਆਣੇ ਆ। ਓਕੇ, ਬੇਸਿਕ ਬਫਰ ਦੇ ਵਿੱਚ ਕੀ ਆ ਜਾਂਦਾ, ਦੇ ਕੰਟੇਨ ਇਕੁਮੋਲਰ ਕੁਆਂਟੀਟੀਜ਼ ਆਫ ਵੀਕ ਬੇਸ ਐਂਡ ਇਟਸ ਸਾਲਟ ਵਿਦ ਸਟਰੋਂਗ ਐਸਿਡ। ਵੀਕ ਬੇਸ ਆ ਤੇ ਉਹਦਾ ਸਾਲਟ ਹੈਗਾ ਸਟਰੋਂਗ ਐਸਿਡ ਦੇ ਨਾਲ। ਜਿੱਦਾਂ ਅਮੋਨੀਅਮ ਹਾਈਡਰੋਕਸਾਈਡ ਵੀਕ ਬੇਸ ਆ, ਉਹਦੇ ਵਿੱਚ ਜਿਹੜਾ ਸਾਲਟ ਪਾਇਆ ਅਮੋਨੀਅਮ ਕਲੋਰਾਈਡ ਉਹ ਸਟਰੋਂਗ ਆ। ਅਮੋਨੀਅਮ ਹਾਈਡਰੋਕਸਾਈਡ, ਅਮੋਨੀਅਮ ਨਾਈਟ੍ਰੇਟ,
ਇਹਨਾਂ ਨੂੰ ਪੜ੍ਹ ਲੈਣਾ, ਉਹਦੇ ਬਾਅਦ ਚ ਕੁਐਸਚਨ ਇਹ ਜੇ ਤੁਸੀਂ ਚੰਗੀ ਤਰ੍ਹਾਂ ਦੇਖ ਲਿਆ, ਇਹਨਾਂ ਨੂੰ ਨੋਟ ਕਰ ਲਿਓ। ਓਕੇ, ਨੋਟ ਕਰਨ ਤੋਂ ਬਾਅਦ ਚ ਤੁਸੀਂ ਕੁਐਸਚਨ ਖੁਦ ਕੱਢ ਸਕਦੇ ਆ। ਓਕੇ, ਹੁਣ ਦੇਖੋ ਆਪਾਂ ਇਹ ਵੀ ਪੜ੍ਹਿਆ, ਐਸੀਟਿਕ ਐਸਿਡ, ਸੋਡੀਅਮ ਐਸੀਟੇਟ, ਅਮੋਨੀਅਮ ਕਲੋਰਾਈਡ, ਅਮੋਨੀਅਮ ਹਾਈਡਰੋਕਸਾਈਡ ਤੇ ਬੋਰਿਕ ਐਸਿਡ ਤੇ ਬੋਰੈਕਸ ਵੀ ਇੱਕ ਬਫਰ ਹੁੰਦਾ ਹੈ। ਠੀਕ ਹੈ, ਇਹ ਤਿੰਨੇ ਹੀ ਤਾਂ ਬਫਰ ਆ ਗਏ, ਕਿਹੜਾ ਬਫਰ ਨਹੀਂ ਹੋਊਗਾ ਇਹ ਵਾਲਾ ਸੋਲਿਊਸ਼ਨ। ਠੀਕ ਹੈ, ਅਗਰ ਤੁਸੀਂ ਇਹਦੇ ਵਿੱਚ ਹਿੰਟ ਵੀ ਲਗਾਣੇ ਤਾਂ ਮੈਕਸਿਮਮ ਦੇਖੋ ਕਿ ਪੇਅਰ ਦੀ ਫਾਰਮ 'ਚ ਆ, ਬਟ ਇਹ ਵਿਦਆਊਟ ਪੇਅਰ ਆ, ਇੱਦਾਂ ਵੀ ਹਿੰਟ ਲਗਾ ਸਕਦੇ ਆ। ਠੀਕ ਹੈ, ਤੁਹਾਡਾ ਆਪਣਾ ਦਿਮਾਗ ਆ ਕਿ ਮਾਈਂਡ ਆ ਕਿ ਪੇਪਰ ਦੇ ਵਿੱਚ ਕਿਵੇਂ ਚੱਲਦਾ ਪਿਆ। ਕਈ ਵਾਰੀ ਆਪਾਂ ਆਂਦਾ ਕੁਐਸਚਨ ਵੀ ਪੇਪਰ ਦੇ ਵਿੱਚ ਗਲਤ ਕਰ ਦਿੰਦੇ ਆ। ਓਕੇ, ਉਹਦੇ ਬਾਅਦ 3 ਕੁਐਸਚਨ ਕਰ ਲੈਣੇ ਆ ਜਲਦੀ ਅੱਜ। ਕਹਿੰਦਾ ਅਟੋਮਿਕ ਸਾਈਜ਼ ਆਫ ਲੀਥੀਅਮ, ਬਰੀਲੀਅਮ, ਬੋਰੋਨ, ਕਾਰਬਨ ਵੇਰੀ ਇਨ ਏ ਆਰਡਰ ਅਲੋਂਗ ਦਾ ਪੀਰੀਅਡ। ਇਹ ਤੁਸੀਂ ਯਾਦ ਰੱਖਣਾ, ਅਲੋਂਗ ਦਾ ਪੀਰੀਅਡ ਅਟੋਮਿਕ ਸਾਈਜ਼ ਜਿਹੜਾ ਉਹ ਡਿਕਰੀਜ਼ ਕਰਦਾ ਆ, ਡਾਊਨ ਦਾ ਗਰੁੱਪ ਕੀ ਕਰਦਾ ਹੈ, ਇਨਕਰੀਜ਼ ਕਰਦਾ। ਇਹ ਸਾਰੇ ਅਲੋਂਗ ਦਾ ਪੀਰੀਅਡ ਪਏ ਹੋਏ ਆ। ਲੀਥੀਅਮ, ਬਰੀਲੀਅਮ, ਬੋਰੋਨ, ਕਾਰਬਨ, ਮਤਲਬ ਕਿ ਸਭ ਤੋਂ ਵੱਡਾ ਕੌਣ ਹੋਊਗਾ, ਲੀਥੀਅਮ, ਉਹ ਤੋਂ ਛੋਟਾ ਬੈਰੀਲੀਅਮ, ਦੈਨ ਬੋਰੋਨ, ਕਾਰਬਨ। ਆ ਗਿਆ ਲੀਥੀਅਮ, ਬਰੀਲੀਅਮ, ਬੋਰੋਨ, ਕਾਰਬਨ, ਇਹਦੀ ਫਸਟ ਆਪਸ਼ਨ ਹੀ ਆ ਜਾਣੀ ਸੀ। ਬੜਾ ਸਿੰਪਲ ਕੁਐਸਚਨ ਸੀਗਾ। ਠੀਕ ਹੈ, ਤੇ ਉਹਦੇ ਬਾਅਦ ਆ ਜਾਂਦਾ ਸੈਕਿੰਡ, ਜ਼ਿੰਕ ਔਰ ਮੇਨਲੀ ਕੰਟੇਨਸ। ਜਿਹੜੀ ਜ਼ਿੰਕ ਔਰ ਹੁੰਦੀ ਹੈ ਨਾ, ਉਹਦਾ ਮੇਨ ਕੰਪੋਨੈਂਟ ਹੁੰਦਾ ਹੈ ਜ਼ਿੰਕ ਆਕਸਾਈਡ। ਇਹ ਵੀ ਜੇ ਤੁਸੀਂ ਪੜ੍ਹਿਆ ਹੋਊਗਾ ਫਿਰ ਤੁਹਾਨੂੰ ਯਾਦ ਆਣਾ ਆ, ਅਦਰਵਾਈਜ਼ ਤੁੱਕੇ ਨਾਲ ਨਹੀਂ ਆਣਾ। ਠੀਕ ਹੈ, ਜ਼ਿੰਕ ਔਰ ਹੁੰਦੀ ਆ, ਉਹਦੀ ਆਪਾਂ ਰੋਸਟਿੰਗ ਕਰਦੇ ਆ। ਠੀਕ ਹੈ, ਫਿਰ ਜ਼ਿੰਕ ਆਕਸਾਈਡ ਪਲੱਸ ਸਲਫਰ ਡਾਈਆਕਸਾਈਡ ਬਣ ਜਾਂਦੀ ਹੈ। 10th ਦੇ ਵਿੱਚ ਵੀ ਇਹ ਟੌਪਿਕ ਹੈਗਾ ਆ। ਠੀਕ ਹੈ, ਜ਼ਿੰਕ ਔਰ ਦੇ ਵਿੱਚ ਮੇਨਲੀ ਕੀ ਹੁੰਦਾ ਆ, ਔਰ ਦੇ ਵਿੱਚ ਜ਼ਿੰਕ ਸਲਫਾਈਡ। ਫਿਰ 20th ਕੁਐਸਚਨ ਕਰ ਲੈਂਦੇ ਆ, ਵਿਚ ਆਫ ਦੀ ਫੋਲੋਇੰਗ ਰਿਐਕਸ਼ਨ ਵਿਲ ਬੀ ਐਕਸਪਲੋਸਿਵ। ਹੁਣ ਇਦਾਂ ਦਾ ਕੁਐਸਚਨ ਮੈਂ MSc ਕੈਮਿਸਟਰੀ ਕੀਤੀ ਹੋਈ ਹੈ, ਮੈਨੂੰ ਕਿਤੇ ਨਹੀਂ ਲੱਭਾ। ਠੀਕ ਹੈ, ਮੈਂ ਨਹੀਂ ਪੜ੍ਹਿਆ ਹੋਇਆ ਸੀਗਾ ਕਿ ਇਹ ਕੁਐਸਚਨ ਕਿੱਥੋਂ ਆ ਗਿਆ। ਠੀਕ ਹੈ, ਬਟ ਜਦੋਂ ਮੈਂ ਪੇਪਰ ਦੇਣ ਬੈਠਾ ਸੀ, ਪੇਪਰ ਦੇ ਵਿੱਚ ਸੀਗਾ, ਤੇ ਉਦੋਂ ਮੈਨੂੰ ਇੱਕ ਮੈਂ ਮੂਵੀ ਦੇਖੀ ਸੀ, ਉਹ ਗ੍ਰੈਵਿਟੀ ਨਾਲ ਰਿਲੇਟਡ ਮੂਵੀ ਸੀਗੀ। ਤਾਂ ਉੱਪਰ ਜਾ ਕੇ ਉਹਨਾਂ ਨੂੰ ਪਾਣੀ ਦੀ ਲੋੜ ਪੈ ਜਾਂਦੀ ਹੈ, ਫਿਰ ਉਹਨਾਂ ਕੋਲ ਹਾਈਡਰੋਜਨ ਤੇ ਆਕਸੀਜਨ ਹੁੰਦੀ ਹੈ, ਤੇ ਉਹ ਵਾਟਰ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਜਿਸ ਤਰ੍ਹਾਂ ਵਾਟਰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉੱਥੇ ਧਮਾਕਾ ਹੋ ਜਾਂਦਾ। ਠੀਕ ਹੈ, ਫਿਰ ਮੈਂ ਨਾ ਸਾਰਿਆਂ ਨੂੰ ਦੇਖਿਆ ਕਿ ਵਾਟਰ ਕਿਹਦੇ ਵਿੱਚ ਬਣਦਾ ਪਿਆ। ਆਹ ਵਾਲੀ ਰਿਐਕਸ਼ਨ ਦੇ ਵਿੱਚ ਵਾਟਰ ਪ੍ਰੋਪਰ ਬਣ ਰਿਹਾ ਸੀ। ਜਿੱਦਾਂ ਦੇਖੋ ਵਾਟਰ ਦੇ ਵਿੱਚ ਕੀ ਹੁੰਦਾ, H2O, 2 ਰੇਸ਼ੋ ਹਾਈਡਰੋਜਨ ਹੁੰਦੀ ਹੈ, 1 ਰੇਸ਼ੋ ਆਕਸੀਜਨ। 2 ਰੇਸ਼ੋ ਹਾਈਡਰੋਜਨ, 1 ਰੇਸ਼ੋ ਆਕਸੀਜਨ। ਮੈਨੂੰ ਟਿਕ ਕੀਤਾ ਸੀ, ਬੜੇ ਆਰਾਮ ਨਾਲ ਕੁਐਸਚਨ ਦਾ ਨੰਬਰ ਆ ਗਿਆ। ਠੀਕ ਹੈ, ਤੇ ਫਿਰ ਇਹ 21 ਵੀ ਕਰੇ ਲੈਣੇ ਆ। ਵਿਚ ਆਫ ਫੋਲੋਇੰਗ ਰਿਐਕਸ਼ਨ ਲੈਡ ਟੂ ਅਵਾਰਡਿੰਗ ਨੋਬਲ ਪ੍ਰਾਈਜ਼ ਟੂ ਈ ਰਦਰਫੋਰਡ ਇਨ ਦਾ 1919। ਹੁਣ ਮੈਨੂੰ ਰਦਰਫੋਰਡ ਤੋਂ ਦੇਖ ਕੇ ਲੱਗਾ ਕਿ ਰਦਰਫੋਰਡ ਦਾ ਸਕੈਟਰਿੰਗ ਐਕਸਪੈਰੀਮੈਂਟ ਯਾਦ ਆ ਗਿਆ। ਠੀਕ ਹੈ, ਰਦਰਫੋਰਡ ਦਾ ਸਕੈਟਰਿੰਗ ਐਕਸਪੈਰੀਮੈਂਟ ਹੁੰਦਾ ਕੀ ਸੀਗਾ, ਹੈਗਾ ਆ, ਉਹਦੇ ਵਿੱਚੋਂ ਐਲਫਾ ਪਾਰਟੀਕਲ ਸਟਰਾਈਕ ਕਰਵਾਉਂਦਾ ਹੈ। ਠੀਕ ਹੈ, ਤੇ ਜਦੋਂ ਐਲਫਾ ਪਾਰਟੀਕਲ ਸਟਰਾਈਕ ਕਰਵਾਉਂਦਾ ਫਿਰ ਉਹਨੇ ਕਾਫੀ ਆਬਜ਼ਰਵੇਸ਼ਨਸ ਕੀਤੀਆਂ ਸੀਗੀਆਂ, ਬਟ ਉਹਦੇ ਵਿੱਚ ਜਿਹੜਾ ਐਲਫਾ ਪਾਰਟੀਕਲ ਸੀਗੇ ਉਹ ਸੈਂਟਰ 'ਚ ਵੱਜ ਕੇ ਵਾਪਸ ਵੀ ਆਉਂਦੇ ਸੀਗੇ। ਠੀਕ ਹੈ, ਹੁਣ ਇਲੈਕਟ੍ਰੋਨਸ ਨੂੰ ਤਾਂ ਲੱਭੇ ਨੇਗੇ, ਕਿਉਂਕਿ ਇਲੈਕਟ੍ਰੋਨ ਦਾ ਸਾਈਜ਼ ਛੋਟਾ ਹੁੰਦਾ, ਉਹਨਾਂ ਨੂੰ ਬਿਲਕੁਲ ਇਫੈਕਟ ਨਹੀਂ ਕੀਤਾ। ਮੈਂ ਉੱਥੋਂ ਥੋੜਾ ਇੱਕ ਹਿੰਟ ਲਗਾਇਆ ਕਿ ਐਲਫਾ ਪਾਰਟੀਕਲਸ ਸੈਂਟਰ 'ਚ ਵੱਜ ਕੇ ਵਾਪਸ ਆਏ, ਬਟ ਜਿਹੜਾ ਇਹਦਾ ਐਗਜ਼ੈਕਟ ਆਨਸਰ ਨਾ, ਮੈਂ ਉਹਦਾ ਤੁੱਕਾ ਲਗਾਇਆ ਸੀ, ਉਹਦੇ ਅਕੋਰਡਿੰਗ ਮੈਂ ਫਸਟ ਟਿਕ ਕੀਤਾ ਸੀ, ਮੇਰਾ ਨੰਬਰ ਵੀ ਮਿਲ ਗਿਆ ਸੀ ਮੈਨੂੰ। ਬਟ ਜਿਹੜਾ ਇਹਦਾ ਐਗਜ਼ੈਕਟ ਆ ਨਾ, ਜੇ ਆਪਾਂ ਰਿਐਕਸ਼ਨ ਦੇਖੀਏ ਗੂਗਲ ਤੇ ਪਾ ਕੇ ਵੀ, ਮੈਂ ਇੱਕ ਬੁੱਕ 'ਚ ਵੀ ਦੇਖੀ, ਉਹਦੇ ਵਿੱਚ ਰਿਐਕਸ਼ਨ ਆ ਰਹੀ ਹੈ ਕਿ ਜਦੋਂ ਨਾਈਟ੍ਰੋਜਨ ਦੇ ਵਿੱਚ ਐਲਫਾ ਪਾਰਟੀਕਲ ਪਾਣੇ ਆ, ਨਾਈਟ੍ਰੋਜਨ ਦੇ ਲਈ ਐਲਫਾ ਪਾਰਟੀਕਲ, ਜਿਹੜਾ ਐਲਫਾ ਪਾਰਟੀਕਲ ਹੁੰਦਾ ਹੀਲੀਅਮ, ਜਦੋਂ ਨਾਈਟ੍ਰੋਜਨ ਦੇ ਵਿੱਚ ਐਲਫਾ ਪਾਰਟੀਕਲ ਪਾਣੇ ਆ, ਆਕਸੀਜਨ ਤੇ 1H1 ਮੀਨਸ ਆਕਸੀਜਨ ਤੇ ਪ੍ਰੋਟੋਨ ਬਣਦਾ ਆ। ਠੀਕ ਹੈ, ਇਹ ਜੇ ਤੁਸੀਂ ਪੜ੍ਹਿਆ ਹੋਊਗਾ ਫਿਰ ਹੀ ਇਹਦਾ ਆਨਸਰ ਆਣਾ। ਇਹਦਾ ਆਨਸਰ ਆਣਾ ਸੀ ਫਸਟ। ਠੀਕ ਹੈ, ਤੇ ਜਦੋਂ ਨਾਈਟ੍ਰੋਜਨ ਦੇ ਵਿੱਚ ਐਲਫਾ ਪਾਰਟੀਕਲ ਪਾਇਆ ਕੀ ਬਣ ਗਿਆ, ਆਕਸੀਜਨ ਤੇ ਪ੍ਰੋਟੋਨਸ। ਇਹਨੂੰ ਤੁਸੀਂ ਐਲਫਾ ਮਤਲਬ ਕਿ ਮੈਚ ਵੀ ਕਰ ਸਕਦੇ ਆ, ਕਿਹੜੀ ਸਹੀ ਹੈ ਕਿਹੜਾ ਨਹੀਂ ਆ, ਬਟ ਤੁਸੀਂ ਸਿੰਪਲ ਦੇਖੋ ਕਿ ਸਿੰਪਲ ਮੈਥਡ ਨਾਲ ਜਿਹੜਾ ਹੁੰਦਾ ਪਿਆ ਆ। ਇਹਨਾਂ ਨੂੰ ਚੰਗੀ ਤਰ੍ਹਾਂ ਕਰਕੇ ਜਾਓ, ਕਈ ਵਾਰੀ ਤੁਹਾਨੂੰ ਇਹ ਕੁਐਸਚਨਸ ਰਿਪੀਟਡ ਮਿਲਣੇ ਆ ਨੈਕਸਟ। ਓਕੇ, ਥੈਂਕ ਯੂ। ਅੱਜ ਲਈ ਇੰਨਾ ਬਹੁਤ ਆ, ਬਾਕੀ ਨੈਕਸਟ ਕਰਾਂਗੇ।